ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 11ਵੀਂ ਅਸ਼ਟਪਦੀ ਦੀ 8ਵੀਂ ਪੌੜੀ ਤੋਂ ਵਿਆਖਿਆ ਸਰਵਣ ਕਰੋ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਕਬਹੂ ਸਾਧ ਸੰਗਤ ਇਹੋ ਪਾਵੈ। ਮਹਾਰਾਜ ਕਹਿਣ ਲੱਗੇ, ਪਰੰਤੂ ਕਦੇ 84 ਲੱਖ ਜੂਨਾਂ ਦੇ ਵਿੱਚ ਭਰਮਣ ਤੋਂ ਮਗਰੋਂ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਫਿਰ ਜਦੋਂ ਗੁਰੂ ਸਾਹਿਬ ਜੀ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਸਾਧ ਸੰਗਤ ਦੀ ਪ੍ਰਾਪਤੀ ਕਰਦਾ, ਜਦੋਂ ਇਸ ਨੂੰ ਕਦੇ ਸਾਧ ਸੰਗਤ ਦੀ ਫਿਰ ਪ੍ਰਾਪਤੀ ਹੁੰਦੀ ਹੈ, ਉਸ ਅਸਥਾਨ ਤੇ ਬਾਹਰ ਨਾ ਆਵੇ। ਫਿਰ ਜਦੋਂ ਸਾਧ ਸੰਗਤ ਦੇ ਵਿੱਚ ਆ ਕਰਕੇ ਪਰਮਾਤਮਾ ਦੀ ਕਥਾ, ਪਰਮਾਤਮਾ ਦਾ ਕੀਰਤਨ, ਪਰਮਾਤਮਾ ਦੀ ਬਾਣੀ ਜਦੋਂ ਇਹਨੂੰ ਭਾ ਜਾਂਦੀ ਹੈ, ਚੰਗੀ ਲੱਗੇ ਆਉਂਦੀ ਹੈ ਨਾ, ਜਦੋਂ ਇਹ ਸੰਗਤ ਕਰਦਾ ਕਰਦਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ, ਫਿਰ ਮਹਾਰਾਜ ਕਹਿੰਦੇ ਉਸ ਅਸਥਾਨ ਤੇ ਬਾਹਰ ਨਾ ਆਵੇ। ਫਿਰ ਇਹ ਉਸ ਸਾਧ ਸੰਗਤ ਰੂਪੀ ਅਸਥਾਨ ਤੋਂ ਮੁੜ ਕੇ ਵਾਪਸ ਨਹੀਂ ਪਰਤਦਾ। ਫਿਰ ਇਹਨੂੰ ਸਾਧ ਸੰਗਤ ਦੀ ਜਦੋਂ ਚੇਟਕ ਲੱਗ ਜਾਂਦੀ ਹੈ, ਫਿਰ ਸਾਧ ਸੰਗਤ ਕਰਦਾ ਸਾਰਾ ਸਮੁੱਚਾ ਜੀਵਨ। ਉਸ ਅਸਥਾਨ ਤੇ ਬਾਹਰ ਨਾ ਆਵੇ, ਫਿਰ ਉਸ ਸਾਧ ਸੰਗਤ ਦੀ ਐਸੀ ਕਿਰਪਾ ਹੋ ਜਾਂਦੀ ਹੈ, ਫਿਰ ਉਸ ਅਸਥਾਨ ਤੋਂ ਮੁੜ ਕੇ 84 ਲੱਖ ਜੂਨਾਂ ਵੱਲ ਨਹੀਂ ਦੁਬਾਰੋਂ ਆਉਂਦਾ। ਫਿਰ ਸਾਧੂਆਂ ਦੀ ਸੰਗਤ ਕਰਕੇ ਆਪਾਂ ਇੱਕ ਬਚਨ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਵਿੱਚ, ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ। ਜੇ ਕੋਈ ਆਪਣੇ ਮਨ ਨੂੰ ਸੁਧਾਰ ਕੇ ਅਤੇ ਮਨ ਵਿੱਚ ਆਸ ਰੱਖ ਕੇ ਸਤਿਗੁਰੂ ਦੇ ਚਰਨਾਂ ਦੀ ਜੇ ਕੋਈ ਸਾਧ ਸੰਗਤ ਕਰਦਾ ਨਾ, ਤੇ ਮਹਾਰਾਜ ਕਹਿੰਦੇ ਕਿ ਸਾਧ ਸੰਗਤ ਦੇ ਵਿੱਚ ਆ ਕੇ ਉਹ ਆਪਣਾ ਜਨਮ ਮਰਨ ਮੇਟ ਲੈਂਦਾ। ਸਾਧ ਸੰਗਤ ਜਨਮ ਮਰਨ ਮਿਟਾਵੇ, ਆਪਣੇ ਜਨਮ ਮਰਨ ਨੂੰ ਮੇਟ ਲੈਂਦਾ, ਮੁੜ ਕੇ ਫਿਰ 84 ਦੇ ਵਿੱਚ ਨਹੀਂ ਆਉਂਦਾ ਹੈ। ਸਾਧ ਸੰਗਤ ਦਾ ਐਡਾ ਲਾਭ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ, ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ। ਮਹਾਰਾਜ ਕਹਿਣ ਲੱਗੇ, ਬੰਦੇ ਨੂੰ ਨਾ ਦਿਨ ਦੇ ਵਿੱਚ ਇੱਕ ਘੜੀ ਸੰਗਤ ਕਰਨੀ ਚਾਹੀਦੀ ਹੈ। ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਤੇ ਜੇ ਇੱਕ ਘੜੀ ਨਹੀਂ ਕਰ ਸਕਦਾ, ਆਦੀ ਘੜੀ ਕਹਿੰਦੇ ਅੱਧੀ ਘੜੀ ਕਰ ਲਵੇ, 12 ਮਿੰਟੇ ਸੰਗਤ ਕਰ ਲਵੇ। ਜੇ 12 ਮਿੰਟ ਵੀ ਨਹੀਂ ਕਰ ਸਕਦਾ, ਆਦੀ ਹੂੰ ਤੇ ਆਦ, ਫਿਰ ਅੱਧੀ ਚੋਂ ਅੱਧੀ ਮਤਲਬ 6 ਕੁ ਮਿੰਟ ਹੀ ਆ ਕੇ ਸੰਗਤ ਕਰ ਲਵੇ, ਕਿਸੇ ਗੁਰਮੁਖ ਦਾ ਸੰਗ ਕਰ ਲਵੇ। ਕਿਉਂਕਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋਲਾ। ਕਿਉਂਕਿ ਭਗਤਾਂ ਦੇ ਨਾਲ, ਸੰਤਾਂ ਦੇ ਨਾਲ, ਸਾਧੂਆਂ ਦੇ ਨਾਲ ਜਦੋਂ ਕੋਈ ਆਪਾਂ ਵਿਚਾਰ ਗੋਸ਼ਟੀ ਕਰਦੇ ਆ ਨਾ, ਉਹਨਾਂ ਦੀ ਸੰਗਤ ਕਰਦੇ ਆ, ਉਹਦੇ ਨਾਲ ਫਾਇਦਾ ਹੀ ਹੁੰਦਾ, ਨੁਕਸਾਨ ਕੋਈ ਨਹੀਂ ਹੁੰਦਾ। ਮਹਾਰਾਜ ਕਹਿੰਦੇ ਲਾਭ ਮਿਲਦਾ। ਇਸ ਕਰਕੇ ਦਿਨ ਦੇ ਵਿੱਚ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਸਾਨੂੰ। ਅੱਗੇ ਮਹਾਰਾਜ ਕਹਿੰਦੇ, ਅੰਤਰ ਹੋਏ ਗਿਆਨ ਪ੍ਰਗਾਸ। ਜਦੋਂ ਸਾਧ ਸੰਗਤ ਕਰਕੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਅਸਥਾਨ ਕਾ ਨਹੀਂ ਵਿਨਾਸ਼। ਫਿਰ ਉਹ ਜਿਹੜਾ ਅਸਥਾਨ ਹੈ, ਉਸ ਅਵਸਥਾ ਦਾ ਮੁੜ ਕੇ ਕਦੇ ਨਾਸ ਨਹੀਂ ਹੁੰਦਾ। ਮਹਾਰਾਜ ਕਹਿੰਦੇ, ਅੰਤਰ ਹੋਏ ਗਿਆਨ ਪ੍ਰਗਾਸ। ਜਦੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਆਪਣੇ ਆਤਮਿਕ ਸਰੂਪ ਨੂੰ ਜਾਣ ਲੈਂਦਾ, ਆਤਮਾ ਤੇ ਪ੍ਰਾਤਮਾ ਦਾ ਮੇਲ ਕਰ ਲੈਂਦਾ, ਪਰਮਾਤਮਾ ਦੇ ਵਿੱਚ ਅਭੇਦਤਾ ਪਾ ਲੈਂਦਾ, ਫਿਰ ਉਹ ਜਿਹੜਾ ਅਸਥਾਨ ਹੈ ਨਾ, ਉਸ ਦਾ ਕਦੇ ਨਾਸ ਨਹੀਂ ਹੁੰਦਾ। ਉਹ ਜਿਹੜਾ ਬ੍ਰਹਮ ਰੂਪੀ ਅਸਥਾਨ ਹੈ, ਜਦੋਂ ਬੰਦਾ ਪ੍ਰਾਪਤ ਕਰਕੇ ਉਸੇ ਦਾ ਰੂਪ ਹੋ ਜਾਂਦਾ, ਉਹ ਅਸਥਾਨ ਦਾ ਕਦੇ ਨਾਸ ਨਹੀਂ ਹੁੰਦਾ, ਉਹ ਅਵਸਥਾ ਦਾ ਕਦੇ ਨਾਸ ਨਹੀਂ ਹੁੰਦਾ, ਉਹ ਹਮੇਸ਼ਾ ਬਣੀ ਰਹਿੰਦੀ ਹੈ ਉਹ ਅਵਸਥਾ। ਮਹਾਰਾਜ ਕਹਿਣ ਲੱਗੇ, ਅੱਗੇ ਮਹਾਰਾਜ ਕਹਿਣ ਲੱਗੇ, ਮਨ ਤਨ ਨਾਮ ਰਤੇ ਇੱਕ ਰੰਗ। ਜੋ ਮਨ ਤੇ ਤਨ ਕਰਕੇ ਨਾਮ ਜਪ ਕੇ ਇੱਕ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ, ਸਦਾ ਬਸੈ ਹੈ ਪਾਰ ਬ੍ਰਹਮ ਕੈ ਸੰਗ। ਫਿਰ ਉਹ ਸਦਾ ਹੀ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਹੀ ਵਸ ਜਾਂਦੇ ਆ, ਉਹ ਹਮੇਸ਼ਾ ਵਾਹਿਗੁਰੂ ਦੀ ਹਜ਼ੂਰੀ 'ਚ ਵਸਦੇ ਆ। ਫਿਰ ਉਹ ਹਰ ਵਕਤ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਪਰਮਾਤਮਾ। ਮਹਾਰਾਜ ਕਹਿਣ ਲੱਗੇ, ਜਿਹੜੇ ਉਹਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ ਆ ਮਨ ਤਨ ਕਰਕੇ। ਜਿਉਂ ਜਲ ਮਹਿ ਜਲ ਆਏ ਖਟਾਨਾ,
ਕਹਿੰਦੇ ਜਿਵੇਂ ਜਲ ਦੇ ਵਿੱਚ ਜਲ ਆ ਮਿਲਦਾ ਹੁੰਦਾ ਨਾ, ਜਿਵੇਂ ਪਾਣੀ ਵਿੱਚ ਪਾਣੀ ਆ ਮਿਲਦਾ, ਜਿਵੇਂ ਪਾਣੀ 'ਚ ਪਾਣੀ ਮਿਲ ਜਾਵੇ ਨਾ, ਆਪਾਂ ਉਹਨੂੰ ਵੱਖਰਾ ਨਹੀਂ ਕਰ ਸਕਦੇ। ਹਜੇ ਜੇ ਪਾਣੀ 'ਚ ਆਪਾਂ ਖੰਡ ਘੋਲ ਦਈਏ ਜਾਂ ਲੂਣ ਘੋਲ ਦਈਏ, ਉਹਨਾਂ ਨੂੰ ਤਾਂ ਆਪਾਂ ਵੱਖਰਾ ਕਰ ਸਕਦੇ ਹਾਂ, ਪਰ ਜੇ ਪਾਣੀ 'ਚ ਪਾਣੀ ਮਿਲ ਜਾਂਦਾ ਨਾ, ਉਹ ਵੱਖਰਾ ਨਹੀਂ ਹੋ ਸਕਦਾ। ਜਿਵੇਂ ਪਾਣੀ ਵਿੱਚ ਪਾਣੀ ਆ ਮਿਲਦਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਤਿਉਂ ਉਹਨਾਂ ਦੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਦੇ ਵਿੱਚ ਮਿਲ ਜਾਂਦੀ ਹੈ। ਉਹ ਫਿਰ ਵਾਹਿਗੁਰੂ ਤੋਂ ਵੱਖਰੇ ਨਹੀਂ ਰਹਿ ਜਾਂਦੇ, ਉਹ ਇੱਕੋ ਹੀ ਸਰੂਪ ਹੋ ਜਾਂਦੇ, ਉਹ ਜਿਉਂਦੇ ਜੀ ਪਰਮਾਤਮਾ ਦਾ ਸਰੂਪ ਬਣ ਜਾਂਦੇ। ਮਿਟ ਗਏ ਗਗਨ ਪਾਏ ਵਿਸਰਾਮ, ਉਹਨਾਂ ਦੇ ਆਵਾਗਾਉਣ ਦੇ ਚੱਕਰ ਸੀ ਜਿਹੜੇ ਨਾ, ਉਹ ਮਿਟ ਗਏ। ਹੁਣ ਉਹਨਾਂ ਨੇ ਵਿਸ਼ਰਾਮ ਦੀ ਪ੍ਰਾਪਤੀ ਕਰ ਲਈ, ਮਤਲਬ ਉਸ ਪਰਮਾਤਮਾ ਦੇ ਸਰੂਪ ਦੇ ਵਿੱਚੋਂ ਮਿਲ ਗਿਆ। ਉਹਨਾਂ ਨੂੰ ਹੁਣ ਆਵਾਗਾਉਣ ਦਾ ਚੱਕਰ ਨਹੀਂ, ਵਿਸ਼ਰਾਮ ਦੇ ਵਿੱਚ ਚਲੇ ਗਏ, ਮਤਲਬ ਉਹਨਾਂ ਦਾ ਪੜਾਅ ਵਾਹਿਗੁਰੂ ਵਿੱਚ ਹੋ ਗਿਆ। ਨਾਨਕ ਪ੍ਰਭ ਕੈ ਸਦ ਕੁਰਬਾਨ, ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਉਸ ਪ੍ਰਭੂ ਤੋਂ ਸਦਾ ਕੁਰਬਾਨ ਜਾਂਦੇ ਹਾਂ, ਜਿਹਦੀਆਂ ਇਹ ਵਡਿਆਈਆਂ, ਜਿਹਦੀ ਇਹ ਕਿਰਪਾ ਹੈ। ਹੁਣ 12ਵਾਂ ਸ਼ਲੋਕ ਸਤਿਗੁਰੂ ਸਾਹਿਬ ਜੀ ਆਰੰਭ ਕਰ ਰਹੇ ਹੈ। ਸਤਿਗੁਰੂ ਫਰਮਾਉਂਦੇ ਨੇ ਸ਼ਲੋਕ, ਸੁਖੀ ਬਸੈ ਮਸਕੀਨੀਆਂ। ਹੁਣ ਇਹ ਜਿਹੜੀ ਅਸ਼ਟਪਦੀਆਂ ਨੇ, ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੰਕਾਰੀਆਂ ਦੀ ਹਾਲਤ ਦੱਸਣਗੇ, ਤੇ ਜਿਹੜੇ ਨਿਮਰਤਾਵਾਨ ਨੇ ਉਹਨਾਂ ਦੀ ਵਡਿਆਈ ਕਰਨਗੇ। ਮਹਾਰਾਜ ਫਰਮਾਉਂਦੇ ਹਨ, ਸੁਖੀ ਬਸੈ ਮਸਕੀਨੀਆਂ। ਮਹਾਰਾਜ ਕਹਿਣ ਲੱਗੇ ਜਿਹੜਾ ਮਸਕੀਨੀਆਂ ਹੁੰਦਾ ਨਾ, ਮਸਕੀਨੀਆਂ ਉਹਨੂੰ ਕਹਿੰਦੇ ਜਿਹੜਾ ਹਿਰਦੇ ਵਿੱਚ ਗਰੀਬੀ ਧਾਰਨ ਕਰਕੇ ਰੱਖਦਾ। ਕਹਿਣ ਲੱਗੇ ਜਿਹੜਾ ਮਨ ਕਰਕੇ ਗਰੀਬ ਹੁੰਦਾ। ਉੱਦਾਂ ਪਦਾਰਥ ਬਥੇਰੇ, ਬਹੁਤ ਧਨ ਦੌਲਤ ਹੈ, ਪਰ ਅੰਦਰ ਹਿਰਦੇ ਵਿੱਚ ਗਰੀਬੀ ਹੈ, ਨੀਵਾਂਪਣ ਹੈ, ਅੰਦਰ ਨਿਮਾਣ ਹੈ, ਨਿਮਰਤਾ ਹੈ। ਸੁਖੀ ਬਸੈ ਮਸਕੀਨੀਆਂ, ਇਹੋ ਜਿਹਾ ਜਿਹੜਾ ਮਸਕੀਨੀਆਂ ਅੰਦਰੋਂ ਗਰੀਬ ਹੁੰਦਾ ਨਾ, ਮਹਾਰਾਜ ਕਹਿਣ ਲੱਗੇ ਉਹ ਸੁਖੀ ਵਸਦਾ। ਕੌਣ? ਆਪ ਨਿਵਾਰ ਤਲੇ, ਜਿਹੜਾ ਆਪਾ ਭਾਵ ਨੂੰ, ਆਪਣੇ ਆਪ ਨੂੰ ਨੀਵਾਂ ਬਣਾ ਕੇ, ਤਲੇ ਦਾ ਮਤਲਬ ਹੁੰਦਾ ਥੱਲੇ, ਆਪਣੇ ਆਪ ਨੂੰ ਤਲੇ ਨਿਵਾਰ ਕੇ, ਮਤਲਬ ਨੀਵਾਂ ਕਰਕੇ ਜਿਹੜਾ ਰਹਿੰਦਾ ਨਾ ਆਪਣੇ ਆਪ ਨੂੰ। ਉਹ ਜਿਵੇਂ ਆਪਾਂ ਬਚਨ ਪੜ੍ਹਦੇ ਨਾ, ਭਾਉ ਭਗਤ ਕਰ ਨੀਚ ਸਦਾਏ, ਤਾਉ ਨਾਨਕ ਮੁਖ ਅੰਤਰ ਪਾਏ। ਭਾਉ ਭਗਤੀ ਵੀ ਕਰਨੀ ਹੈ, ਰੱਬ ਦੀ ਬੰਦਗੀ ਕਰਨੀ ਹੈ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਅੰਦਰ, ਪਰ ਸ਼ੁਭ ਗੁਣਾਂ ਨੂੰ ਧਾਰਨ ਕਰਨ ਦੇ ਬਾਵਜੂਦ ਵੀ ਆਪਣੇ ਆਪ ਨੂੰ ਨੀਵਾਂ ਸਮਝਣਾ, ਨੀਵਾਂ ਬਣਾ ਕੇ ਰੱਖਣਾ। ਇਸ ਕਰਕੇ ਮਹਾਰਾਜ ਕਹਿੰਦੇ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਜਿਹੜਾ ਆਪਣੇ ਆਪ ਨੂੰ ਸਾਰਿਆਂ ਦੇ ਹੇਠਾਂ ਨਿਵਾਰ ਕੇ ਰੱਖਦਾ, ਮਤਲਬ ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਕੇ ਰੱਖਦਾ, ਸਾਰਿਆਂ ਤੋਂ ਨੀਵਾਂ ਬਣ ਕੇ ਰੱਖਦਾ। ਇਹੋ ਜਿਹਾ ਜਿਹੜਾ ਗਰੀਬ ਹੈ, ਮਸਕੀਨੀ ਹੈ, ਉਹ ਪ੍ਰਮਾਤਮਾ ਦਾ ਪਿਆਰਾ ਸੁਖੀ ਵਸਦਾ। ਕਿਉਂਕਿ ਹੰਕਾਰ ਤਾਂ ਨਿਰਾ ਦੁਖੇ ਆ ਨਾ। ਹੰਕਾਰੀ ਬੰਦਾ ਤਾਂ ਉਦਾਂ ਹੀ ਬੇਚੈਨ ਰਹਿੰਦਾ, ਉਦਾਂ ਹੀ ਦੁਖੀ ਰਹਿੰਦਾ, ਆਪਣੇ ਮਾਣ ਕਰਕੇ। ਮਾਣ, ਉਹ ਜਿਹੜੀ ਮਾਣ ਦੀ ਪੀੜਾ ਹੀ ਉਸ ਨੂੰ ਖਾਈ ਜਾਂਦੀ। ਵੱਡੇ ਵੱਡੇ ਅਹੰਕਾਰੀਆਂ, ਜਿਹੜੇ ਵੱਡੇ ਵੱਡੇ ਹੰਕਾਰੀ ਨੇ ਨਾ, ਰਾਵਣ ਵਰਗੇ ਸੀ, ਜਿਵੇਂ ਹਰਨਾਕਸ਼ ਵਰਗੇ ਸੀ, ਦੇਖ ਲਓ ਕਿੱਡੇ ਕਿੱਡੇ ਹੰਕਾਰੀ ਸੀ। ਨਾਨਕ ਗਰਭ ਗਲੇ, ਉਹ ਸਾਰੇ ਆਪਣੇ ਗਰਭ ਕਰਕੇ, ਹੰਕਾਰ ਕਰਕੇ ਗਲ ਗਏ। ਦੇਖ ਲਓ ਆਪਣੇ ਹੰਕਾਰ ਕਰਕੇ ਮਾਰੇ ਗਏ ਨਾ। ਆਪਣੇ ਹੰਕਾਰੀ ਬੰਦਾ ਆਪਣੇ ਹੰਕਾਰ ਕਰਕੇ ਮਾਰਿਆ ਜਾਂਦਾ। ਦੇਖ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਉਹ ਗਲ ਗਏ, ਹੰਕਾਰ ਦੇ ਵਿੱਚ ਨਾਸ ਹੋ ਗਏ। ਮਹਾਰਾਜ ਕਹਿਣ ਲੱਗੇ ਜਿਹੜੇ ਵੱਡੇ ਵੱਡੇ ਹੰਕਾਰੀ ਸੀਗੇ। ਇਸ ਕਰਕੇ ਨੀਵਾਂ ਬਣ ਕੇ ਰਹਿਣਾ ਚਾਹੀਦਾ। ਅੱਗੇ ਮਹਾਰਾਜ ਕਹਿੰਦੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ। ਕਹਿਣ ਲੱਗੇ ਜਿਸ ਬੰਦੇ ਤੇ ਅੰਦਰ ਨਾ ਰਾਜ ਦਾ ਹੰਕਾਰ ਆ ਜਾਂਦਾ, ਮੰਨ ਲਓ ਕੋਈ ਸਰਪੰਚ ਹੀ ਬਣ ਗਿਆ, ਆਖਰ ਨੂੰ ਉਹਦਾ ਵੀ ਪਿੰਡ ਤੇ ਰਾਜ ਹੁੰਦਾ ਨਾ, ਉਹਦਾ ਹੁਕਮ ਚੱਲਦਾ ਪਿੰਡ ਦੇ ਵਿੱਚ। ਜਿਹੜਾ MLA ਹੁੰਦਾ ਉਹਦਾ ਇਲਾਕੇ 'ਚ ਚੱਲਦਾ, ਮੁੱਖ ਮੰਤਰੀ ਦਾ ਸਟੇਟ ਤੇ ਚੱਲਦਾ, ਤੇ ਪ੍ਰਾਈਮ ਮਿਨਿਸਟਰ ਦਾ ਹੁੰਦਾ ਜਿਹੜਾ ਪ੍ਰਧਾਨ ਮੰਤਰੀ ਦਾ, ਉਹਦਾ ਸਾਰੇ ਦੇਸ਼ ਤੇ ਚੱਲਦਾ। ਰਾਜ ਤਾਂ ਰਾਜ ਹੀ ਹੈ, ਭਾਵੇਂ ਛੋਟਾ ਭਾਵੇਂ ਵੱਡਾ। ਮਹਾਰਾਜ ਕਹਿਣ ਲੱਗੇ ਜਿਸ ਕੈ ਅੰਤਰ ਰਾਜ ਅਭਿਮਾਨ, ਜਿਸ ਬੰਦੇ ਦੇ ਅੰਦਰ ਰਾਜ ਦਾ ਹੰਕਾਰ ਹੁੰਦਾ ਨਾ, ਜਿਹੜਾ ਬੰਦਾ ਕੋਈ ਵਡਿਆਈ ਮਿਲ ਗਈ, ਅਹੁਦਾ ਮਿਲ ਗਿਆ, ਰਾਜ ਭਾਗ ਮਿਲ ਗਿਆ, ਹੰਕਾਰ ਕਰਦਾ, ਸੋ ਨਰਕ ਪਾਤੀ ਹੋਵਤ ਸੁਆਨ।
ਮਹਾਰਾਜ ਕਹਿਣ ਲੱਗੇ ਉਹ ਸਵਾਨ ਕੁੱਤਾ ਬਣਦਾ, ਮਹਾਰਾਜ ਕਹਿਣ ਲੱਗੇ, ਤੇ ਫਿਰ ਨਰਕਾਂ ਦਾ ਭਾਗੀ ਬਣਦਾ, ਨਰਕਾਂ ਦੇ ਵਿੱਚ ਜਾ ਵਸਦਾ। ਮਹਾਰਾਜ ਕਹਿੰਦੇ ਉਹ ਹੰਕਾਰੀ ਨੂੰ ਮਹਾਰਾਜ ਨੇ ਕੁੱਤਾ ਹੀ ਆਖਿਆ। ਕਹਿੰਦੇ ਉਹ ਹੰਕਾਰੀ ਕੁੱਤਾ ਨਾ ਜਿਹੜਾ, ਉਹ ਨਰਕਾਂ ਦੇ ਵਿੱਚ ਜਾ ਕੇ ਵਸਦਾ। ਮਹਾਰਾਜ ਕਹਿੰਦੇ ਨਰਕਾਂ 'ਚ ਡਿੱਗਦਾ ਉਹ। ਇੱਕ ਸਵਾਨ ਮੁਖ ਨਰਕ ਵੀ ਮੰਨਦੇ ਆ, ਪੁਰਾਣਾਂ 'ਚ ਲਿਖਿਆ, ਜਿਸ ਨਰਕ ਦੇ ਵਿੱਚ ਕੁੱਤੇ ਵੱਢਦੇ ਆ ਬੰਦੇ ਨੂੰ, ਕੁੱਤੇ ਵੱਢ ਵੱਢ ਕੇ ਖਾਂਦੇ ਆ, ਕਹਿੰਦੇ ਉਸ ਨਰਕਾਂ ਦੇ ਵਿੱਚ ਜਾ ਕਰਕੇ ਡਿੱਗਦਾ ਉਹ। ਮਹਾਰਾਜ ਕਹਿੰਦੇ ਜਿਹੜਾ ਹੰਕਾਰ ਕਰਦਾ ਰਾਜ ਭਾਗ ਦਾ। ਜੋ ਜਾਣੈ ਮੈਂ ਜੋਬਨਵੰਤ, ਕਹਿੰਦੇ ਜੋ ਆਪਣੇ ਆਪ ਨੂੰ ਜਾਣਦਾ ਨਾ ਵੀ ਮੈਂ ਬੜਾ ਜਵਾਨ ਆ, ਬੜਾ ਸੋਹਣਾ ਸੁਨੱਖਾ ਆ, ਮੈਨੂੰ ਰੱਬ ਨੇ ਬਹੁਤ ਰੂਪ ਦਿੱਤਾ। ਜਿਹੜਾ ਬੰਦਾ ਆਪਣੇ ਆਪ ਨੂੰ, ਆਪਣੇ ਰੂਪ ਤੇ ਮਾਣ ਕਰਦਾ, ਜਵਾਨੀ ਤੇ ਮਾਣ ਕਰਦਾ, ਸੋ ਹੋਵਤ ਵਿਸ਼ਟਾ ਕਾ ਜੰਤ। ਮਹਾਰਾਜ ਕਹਿਣ ਲੱਗੇ ਉਹ ਮਰ ਕੇ ਵਿਸ਼ਟਾ ਦਾ ਕੀੜਾ ਬਣਦਾ। ਮਹਾਰਾਜ ਕਹਿੰਦੇ ਗੰਦਗੀ ਦਾ, ਮਲ ਮੂਤਰ ਦਾ ਕੀੜਾ ਬਣਦਾ। ਮਹਾਰਾਜ ਕਹਿੰਦੇ ਸੋ ਹੋਵਤ ਵਿਸ਼ਟਾ ਕਾ ਜੰਤ। ਮਹਾਰਾਜ ਕਹਿਣ ਲੱਗੇ ਉਹ ਵਿਸ਼ੇ ਵਿਕਾਰਾਂ ਰੂਪੀ ਗੰਦਗੀ ਦਾ ਹੀ ਕੀੜਾ ਬਣਦਾ। ਮਹਾਰਾਜ ਕਹਿੰਦੇ ਉਹ ਹਰ ਵਕਤ ਵਿਸ਼ੇ ਵਿਕਾਰਾਂ ਵਿੱਚ, ਜਿਹੜਾ ਆਪਣੇ ਆਪ ਨੂੰ ਜਵਾਨ ਮੰਨਦਾ ਨਾ, ਸੁੰਦਰ ਸੋਹਣਾ ਸੁਨੱਖਾ ਮੰਨਦਾ, ਮਹਾਰਾਜ ਕਹਿਣ ਲੱਗੇ ਉਹ ਤਾਂ ਫਿਰ ਵਿਸ਼ੇ ਗੰਦਗੀ ਦੇ ਵਿੱਚ ਹੀ ਮਹਾਰਾਜ ਕਹਿਣ ਲੱਗੇ ਫਸਿਆ ਰਹਿੰਦਾ, ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲਾ ਹੀ ਕੀੜਾ ਬਣਿਆ ਰਹਿੰਦਾ। ਮਹਾਰਾਜ ਕਹਿਣ ਲੱਗੇ ਉਹ ਤਾਂ ਆਪਸ ਕਉ ਕਰਮਵੰਤ ਕਹਾਵੈ। ਜਿਹੜਾ ਬੰਦਾ ਆਪਣੇ ਆਪ ਨੂੰ ਕਹਿੰਦਾ ਨਾ ਵੀ ਮੈਂ ਬਹੁਤ ਚੰਗੇ ਕਰਮਾਂ ਨੂੰ ਕਰਨ ਵਾਲਾ, ਮੈਂ ਜਪੀ ਆ, ਮੈਂ ਜਾਪੀ ਤਪੀ ਆ, ਮੈਂ ਪੂਜਾ ਪਾਠ ਕਰਦਾ, ਮੈਂ ਬੜਾ ਸੇਵਾ ਸਿਮਰਨ ਕਰਦਾ, ਕੋਈ ਆਪਣੇ ਆਪ ਨੂੰ ਸ੍ਰੇਸ਼ਟ ਕਰਮਾਂ ਵਾਲਾ ਜੀ ਕਹਾਉਂਦਾ ਵੀ ਮੇਰੇ ਬੜੇ ਉੱਜਲ ਕਰਮ ਨੇ, ਹੰਕਾਰ ਕਰਦਾ, ਮਹਾਰਾਜ ਕਹਿਣ ਲੱਗੇ ਜਨਮ ਮਰੈ ਬਹੁ ਜੋਨ ਪਰਮਾਵੈ। ਕਹਿੰਦੇ ਉਹ ਜੰਮਦਾ ਮਰਦਾ ਰਹਿੰਦਾ, ਬਹੁਤੀਆਂ ਜੂਨਾਂ ਵਿੱਚ ਭਰਮਦਾ ਰਹਿੰਦਾ। ਇਸ ਕਰਕੇ ਨਾਮ ਸਿਮਰਨ ਕਰਕੇ, ਪੂਜਾ ਪਾਠ ਕਰਕੇ, ਭਜਨ ਬੰਦਗੀ ਕਰਕੇ ਵੀ ਬੰਦੇ ਨੂੰ ਨਾ ਹੰਕਾਰ ਨਹੀਂ ਕਰਨਾ ਚਾਹੀਦਾ। ਜਿਵੇਂ ਪਹਿਲਾਂ ਤੁਸੀਂ ਸੁਣਿਆ ਨਾ, ਭਾਉ ਭਗਤ ਕਰਨੀਚ ਸਦਾਏ, ਭਗਤੀ ਕਰੇ, ਬੰਦਗੀ ਕਰੇ, ਪਰ ਆਪਣੇ ਆਪ ਨੂੰ ਕਹੇ ਮੈਂ ਨੀਵਾਂ ਮਹਾਰਾਜ, ਮੈਂ ਦੁਨੀਆ ਦਾ ਸਭ ਤੋਂ ਵੱਡਾ ਨੀਚ ਹਾਂ, ਇਹ ਤਾਂ ਮਹਾਰਾਜ ਤੇਰੀ ਕਿਰਪਾ ਸਦਕਾ ਭਗਤੀ ਹੁੰਦੀ, ਨਹੀਂ ਮੈਂ ਕੌਣ ਹੁੰਦਾ ਕਰਨ ਵਾਲਾ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਇਹ ਤੇਰੀ ਉਸਤਤ ਹੈ ਨਾ ਜਿਹੜੀ ਤੇਰੇ ਪਾਸੋਂ ਹੀ ਹੁੰਦੀ ਆ ਮਹਾਰਾਜ, ਹੋਰ ਕੌਣ ਕਰ ਸਕਦਾ ਸਾਡੇ ਵਰਗਾ। ਇਦਾਂ ਆਪਣੇ ਆਪ ਨੂੰ ਨੀਵਾਂ ਕਵੇ, ਫੇਰ ਮਹਾਰਾਜ ਨਾਨਕ ਤਾਂ ਮੁਖ ਅੰਤਰ ਪਾਏ, ਫੇਰ ਮੁਕਤ ਹੋ ਸਕਦਾ। ਜੇ ਕੋਈ ਭਗਤੀ ਬੰਦਗੀ ਕਰਕੇ ਵੀ ਨਾ, ਚੰਗੇ ਕਰਮ ਕਰਕੇ ਵੀ ਮਾਣ ਕਰਦਾ, ਕਹਿੰਦਾ ਵੀ ਮੈਂ ਬਹੁਤ ਸ੍ਰੇਸ਼ਟ ਕਰਮੀ ਆ, ਕਹਿੰਦੇ ਮਰਦਾ ਜੰਮਦਾ ਹੀ ਰਹਿੰਦਾ, ਬਹੁਤੀਆਂ ਜੂਨਾਂ ਵਿੱਚ ਭਰਮਦਾ ਰਹਿੰਦਾ। ਮਹਾਰਾਜ ਕਹਿੰਦਾ ਧਨ ਭੂਮਿਕਾ ਜੋ ਕਰੈ ਗੁਮਾਨ। ਜਿਹੜਾ ਧਨ ਦਾ, ਭੂਮੀ ਦਾ, ਭੂਮੀ ਮਤਲਬ ਜ਼ਮੀਨ ਜਾਇਦਾਦ ਦਾ, ਧਨ ਦਾ, ਪੈਸੇ ਦਾ, ਧਨ ਭੂਮਿਕਾ ਜੋ ਕਰੈ ਗੁਮਾਨ। ਮਹਾਰਾਜ ਕਹਿੰਦੇ ਜਿਹੜਾ ਧਨ ਤੇ ਭੂਮੀ ਦਾ ਨਾ, ਜ਼ਮੀਨ ਜਾਇਦਾਦ ਦਾ ਤੇ ਪੈਸੇ ਦਾ, ਮਹਾਰਾਜ ਕਹਿਣ ਲੱਗੇ ਜਿਹੜਾ ਹੰਕਾਰ ਕਰਦਾ, ਮਾਣ ਕਰਦਾ, ਸੋ ਮੂਰਖ ਅੰਧਾ ਅਗਿਆਨ। ਕਹਿੰਦੇ ਉਹ ਸਿਰੇ ਦਾ ਮੂਰਖ ਹੈ, ਅਗਿਆਨੀ ਹੈ, ਅਗਿਆਨਤਾ ਦੇ ਵਿੱਚ ਅੰਨਾ ਹੋਇਆ ਹੋਇਆ। ਮਹਾਰਾਜ ਕਹਿਣ ਲੱਗੇ ਤਾਂ ਅਗਿਆਨੀ ਅੰਨਾ, ਜਿਹੜਾ ਧਨ ਦਾ ਤੇ ਜ਼ਮੀਨ ਦਾ ਮਾਣ ਕਰਦਾ, ਹੰਕਾਰ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ। ਅੱਗੇ ਸਤਿਗੁਰੂ ਜੀ ਫਰਮਾਉਂਦੇ ਆ, ਮਹਾਰਾਜ ਕਹਿੰਦੇ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਇਹ ਤਾਂ ਭਾਈ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਨਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਰੀਬੀ ਵਸਾ ਦੇਵੇ। ਜਿਹੜਾ ਧਨਵਾਨ ਹੋਣ ਦੇ ਬਾਵਜੂਦ ਵੀ, ਰਾਜ ਭਾਗ ਹੋਣ ਦੇ ਬਾਵਜੂਦ ਵੀ, ਜਵਾਨ ਹੋਣ ਦੇ ਬਾਵਜੂਦ ਵੀ, ਪੈਸੇ ਵਾਲਾ ਹੋਣ ਦੇ ਬਾਵਜੂਦ ਵੀ ਅੰਦਰੋਂ ਗਰੀਬ ਹੈ। ਕਹਿੰਦਾ ਮਹਾਰਾਜ ਮੈਂ ਸਭ ਤੋਂ ਬੁਰਾ, ਜਿਹੜਾ ਅੰਦਰੋਂ ਨੀਵਾਂ ਬਣ ਕੇ ਰਹਿੰਦਾ, ਹਿਰਦੇ ਦੀ ਗਰੀਬੀ ਧਾਰਨ ਕਰਕੇ ਰੱਖਦਾ ਨਾ ਆਪਣੇ ਅੰਦਰ, ਮਾਣ ਨਹੀਂ ਕਰਦਾ, ਆਪਣੇ ਆਪ ਨੂੰ ਦਿਖਾਉਂਦਾ ਨਹੀਂ ਲੋਕਾਂ ਵਿੱਚ ਵੀ ਭਾਈ ਮੈਂ ਬਹੁਤ ਵੱਡਾ। ਨਹੀਂ ਤਾਂ ਬੰਦੇ ਕੋਲ ਥੋੜਾ ਜਿਹਾ ਧਨ ਪੈਸਾ ਆ ਜਾਵੇ ਨਾ, ਬੰਦਾ ਦਿਖਾਉਣ ਲੱਗ ਜਾਂਦਾ। 100 ਰੁਪਏ ਵਾਲਾ ਕੱਪੜਾ ਬੰਦਾ 1000 ਚ ਲੈ ਕੇ ਖੁਸ਼ ਹੁੰਦਾ, ਵੀ ਲੋਕਾਂ ਨੂੰ ਐਂ ਲੱਗੇ ਵੀ ਵਾਕਈ ਧਨ ਹੈ। ਆਪਣਾ ਸਟੇਟਸ ਦਿਖਾਉਂਦਾ, ਚੰਗੀ ਗੱਡੀ ਰੱਖਦਾ, ਚੰਗਾ ਫੋਨ ਰੱਖਦਾ, ਲੋਕਾਂ 'ਚ ਕਹਿੰਦਾ ਵੀ ਲੋਕ ਮੈਨੂੰ ਕਹਿਣ ਵੀ ਹਾਂ ਬਈ ਬੜਾ ਤਕੜਾ ਬੰਦਾ। ਨਹੀਂ, ਜਿਹਦੇ ਕੋਲ ਧਨ ਵੀ ਹੈ ਤੇ ਪਰ ਮਹਾਰਾਜ ਕਹਿਣ ਲੱਗੇ ਧਨ ਦੇ ਹੋਣ ਦੇ ਬਾਵਜੂਦ ਆਪਣੇ ਹਿਰਦੇ ਦੇ ਵਿੱਚ ਜਿਹਦੇ ਮਹਾਰਾਜ ਗਰੀਬੀ ਵਸਾ ਦਿੰਦਾ, ਜਿਹਨੂੰ ਮਹਾਰਾਜ ਨੀਵਾਂ ਬਣਾ ਦਿੰਦਾ। ਜਿਵੇਂ ਤੁਸੀਂ ਸੁਣਿਆ ਸੀ ਨਾ ਪਿੱਛੇ ਜੇ ਇੱਕ ਫੁੱਟਬਾਲ ਦਾ ਬੜਾ ਵੱਡਾ ਖਿਲਾੜੀ ਸੀ, ਵੀ ਉਹਦੇ ਫੋਨ ਦੀ ਸਕਰੀਨ ਟੁੱਟੀ ਹੁੰਦੀ ਸੀ। ਉਹਨੂੰ ਕਿਸੇ ਨੇ ਪੁੱਛਿਆ, ਕਹਿਣ ਲੱਗਾ ਵੀ ਆ ਤੂੰ ਟੁੱਟਾ ਫੋਨ ਰੱਖੀ ਫਿਰਦਾ,
ਉਹ ਕਹਿਣ ਲੱਗਾ ਮੈਂ ਚਾਹਾਂ ਕੁਝ ਵੀ ਲੈ ਸਕਦਾ, ਪਰ ਕਹਿਣ ਲੱਗਾ ਨਹੀਂ, ਮੈਂ ਗਰੀਬੀ ਦੇਖੀ, ਇਸ ਕਰਕੇ ਮੈਂ ਨਾ ਹੁਣ ਗਰੀਬਾਂ ਦੇ ਲਈ ਭਲੇ ਦਾ ਕੰਮ ਕਰਦਾ। ਵੀ ਕਹਿਣ ਦੇ ਮਤਲਬ ਵੀ ਮਹਾਰਾਜ ਆਪ ਕਿਰਪਾ ਕਰਕੇ ਜਿਹਦੇ ਹਿਰਦੇ 'ਚ ਗਰੀਬੀ ਵਸਾ ਦੇਵੇ, ਉਹ ਜਿਹੜਾ ਸ਼ੋਅ ਆਫ ਨਾ ਕਰੇ ਆਪਣੇ ਆਪ ਨੂੰ। ਨਾਨਕ ਇਹਾਂ ਮੁਕਤ ਆਗਿਆ ਸੁਖ ਪਾਵੈ। ਸਤਿਗੁਰੂ ਕਹਿਣ ਲੱਗੇ ਉਹ ਇਸ ਦੁਨੀਆ ਦੇ ਨਾਨਕ ਇਹਾਂ ਮੁਕਤ, ਇੱਥੇ ਵੀ ਮੁਕਤ ਆ ਉਹ, ਤੇ ਅੱਗੇ ਪਰਮਾਤਮਾ ਦੇ ਘਰ ਦੇ ਵਿੱਚ ਵੀ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਤੁਸੀਂ ਸਰਵਣ ਕੀਤਾ ਹੈ। 2 ਪੌੜੀਆਂ ਹੋਈਆਂ, ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।